ਅਸੀਂ ਵੈਸੇ ਕਰ ਲੁੱਟ ਲਵੇ ਕੋਠੀ ਤੁਹਾਡੀ ਕਬਜ਼ਾਉਣਾ ਚਾਹੁੰਦੇ ਸੀ? ਕਰ ਲਈ ਸੀ ਜੀ, ਦੋਨੇ ਕਰ ਲਈਆਂ ਸੀ ਜੀ। ਜਿਸ ਵੇਲੇ ਮੈਂ ਸਟੈਂਡ ਲੈ ਲਿਆ, ਮੈਂ ਸਟੈਂਡ ਲਿਆ ਤਾਂ ਏਡੀਜੀਪੀ ਕ੍ਰਾਈਮ ਕਹਿੰਦਾ ਇਹਨੂੰ ਫੜ ਕੇ ਜੇਲ੍ਹ 'ਚ ਬੰਦ ਕਰ ਦਿਓ, ਬਟ ਗੁੰਡੇ ਨਹੀਂ ਕੱਢਣੇ ਉੱਥੋਂ। ਤੁਸੀਂ ਦੇਖੋ ਜੀ, ਜਦੋਂ ਐਸਐਚਓ ਆਉਂਦਾ ਸਾਨੂੰ ਸਾਹ ਆ ਜਾਂਦਾ ਵੀ ਐਸਐਚਓ ਆ ਗਿਆ। ਉਸ ਐਸਐਚਓ ਨੇ ਸਰ ਮੇਰੇ ਗਹਿਣੇ ਵੀ ਲਾ ਲਏ, ਮੇਰਾ ਕੈਸ਼ ਵੀ ਖੋਹ ਲਿਆ, ਮੇਰੇ ਹੱਥੋਂ ਮੇਰੇ ਮੋਬਾਈਲ ਵੀ ਖੋਹ ਲਏ। ਮਾਨਯੋਗ ਹਾਈ ਕੋਰਟ ਦੀ ਤੋਹੀਨ ਕਰਨ ਵਾਲਾ ਥਾਣੇਦਾਰ ਇਹ ਉਹਨੂੰ ਡੀਐਸਪੀ ਬਣਾਈ ਫਿਰਦੇ। ਹਾਊ ਇਟ ਇਜ਼। ਫਿਰ ਉਹਨੂੰ ਕਹਿਣ ਵੀ ਤੁਸੀਂ ਜੋਗਿੰਦਰ ਕੌਰ ਸੰਧੂ ਨੂੰ ਪੈਸਾ ਦੇ ਦਿਓ ਜਿੰਨਾ ਮੰਗਦੀ ਆ, ਵੀ ਪਰਚਾ ਨਾ ਦਰਜ ਕਰ। ਮੈਂ ਕਿਹਾ ਜੀ ਸੌਰੀ। ਉਹ ਕ੍ਰਾਈਮ ਮੰਨ ਗਿਆ, ਫਿਰ ਮੈਂ ਕੀਤਾ, ਪਰਚਾ ਦਰਜ ਹੋ ਗਿਆ। ਪਰਚਾ ਦਰਜ ਕਰਾਇਆ ਹੋ ਗਿਆ ਹਾਂਜੀ 52 ਐਸਐਚਓ ਦੇ ਖਿਲਾਫ। ਹਾਂਜੀ ਉਹਦੇ ਥਾਣੇ 'ਚ ਉਹਦੇ ਤੇ ਹਿਊਮਨ ਰਾਈਟ ਬਣਾਈ ਫਿਰਦੇ ਆ। ਇਹਨਾਂ ਨੂੰ ਹਿਊਮਨ ਰਾਈਟ ਦਾ ਮੀਨਿੰਗ ਹੀ ਨਹੀਂ ਹੁੰਦਾ ਕਿ ਬੜੀ ਹਿਊਮਨ ਕਹੀਏ ਕਿ ਕੋਠੀ ਇਹ ਜੀ ਕਿਤੇ ਨਾ ਕਿਤੇ ਲੱਗੀ ਕਿ ਤੁਹਾਡੇ ਦਿਲ ਦੇ ਬਿਲਕੁਲ ਕਰੀਬ ਸੀ ਤੇ ਲੋਕਾਂ ਨੇ ਕੋਠੀ ਤੇ ਹੀ ਅੱਖ ਰੱਖ ਲਈ ਕਿਤੇ। ਨੈਚੁਰਲ ਹੀ ਸਰ, ਜਿਹੜਾ ਬੰਦਾ ਇੱਕ ਇੱਕ ਕਿੱਟਾ ਆਪਣੇ ਹੱਥ ਨਾਲ ਲਾਉਂਦਾ ਰਹੀਏ, ਅਸੀਂ ਚਾਹੇ 7 ਸਮੁੰਦਰੋਂ ਪਾਰ, ਘਰ ਤਾਂ ਸਾਡਾ ਹੈ ਨਾ। ਇਹ ਏਡੀਜੀਪੀ ਕ੍ਰਾਈਮ ਨੇ ਕੀ ਕਰਨਾ, ਉੱਥੋਂ ਚੱਕ ਲਿਆਉਣੀ, ਇਨਕੁਆਇਰੀ ਕੈਂਸਲ ਕਰ ਦੇਣੀ। ਇਹ ਚੀਜ਼ ਸਾਨੂੰ ਬਹੁਤ ਜ਼ਿਆਦਾ ਹਰਟ ਕੀਤਾ। ਹੁਣ ਇਹ ਡੈਫਾਮੇਸ਼ਨਾਂ ਕਿਹਦੇ ਤੇ ਪਾਈਆਂ ਨੇਗੀਆਂ? ਸਰ ਕਿੰਨੀਆਂ ਨੇ ਕੁੱਲ? ਪਹਿਲਾ ਕੇਸ ਪਾਇਆ ਅਸੀਂ ਐਨਆਰਆਈ ਕਮਿਸ਼ਨ ਤੇ, ਜਿਹਦੇ ਤੇ ਸਾਨੂੰ ਬਹੁਤ ਭਰੋਸਾ ਸੀ। ਇੰਨੀ ਬਾਹਿਆਤ ਇਨਕੁਆਇਰੀ ਝੂਠੀ ਕੀਤੀ ਕਿ ਉਹ ਖੁਦ ਵੀ ਸ਼ਰਮਿੰਦੇ ਹੋ ਗਏ। ਸੋ ਇੰਨੇ ਹੀਨੀਅਸ ਕ੍ਰਾਈਮਸ ਕਰਨ ਵਾਲੇ ਲੋਕ ਡੀਜੀਪੀ ਕੱਛ 'ਚ ਦੇਈ ਫਿਰਦਾ ਕਿਉਂ? ਡੀਜੀਪੀ ਸਾਹਿਬ ਨੇ ਵਾਇਰਲੈਸ ਕਰਤੀ ਵੀ ਜੇ ਇਹਨੂੰ ਕਿਸੇ ਨੇ ਕੁਝ ਕਿਹਾ, ਜੇ ਇਹਨੂੰ ਕੁਝ ਹੋ ਗਿਆ ਜਾਂ ਇਹਨੇ ਕੁਝ ਕਰ ਲਿਆ, ਮੈਂ ਤੁਹਾਨੂੰ ਨਹੀਂ ਛੱਡੂਗਾ। ਇਹ 35 ਬੰਦੇ ਔਰ ਉਹ ਐਸਐਚਓ ਖੰਨੇ ਤੋਂ ਗਿਆ ਆ ਮੈਨੂੰ ਅਰੈਸਟ ਕਰਨਾ। ਮੈਂ ਚੁੱਪ ਕਰਕੇ ਖੜੀ ਰਹੀ। ਇਹ ਬੱਚੇ ਫਿਰਦੇ ਰਹੇ ਪਾਗਲਾਂ ਵਾਂਗ। ਨਹੀਂ ਗੱਲ ਬਣੀ, ਆ ਕੇ ਡੀਸੀ ਦਫ਼ਤਰ ਦੇ ਮੋਹਰੇ ਮੇਰੀ ਗੱਡੀ ਘੇਰ ਲਈ। ਇਹਨਾਂ ਦੀ ਮੈਂ ਹੁਣ ਕਹਿ ਨਹੀਂ ਸਕਦੀ, ਉਹ ਵਰਲਡ 'ਚੋਂ ਇਹਨਾਂ ਨੇ ਇੰਨਾ ਗਲਤ ਹਰਕਤਾਂ ਕੀਤੀਆਂ, ਇਹਨਾਂ ਨੂੰ ਕੋਈ ਪੁਲਿਸ ਜਾਂ ਇਹਨਾਂ ਨੂੰ ਕੋਈ ਪ੍ਰਸ਼ਾਸਨ ਨਹੀਂ ਕਹਿ ਸਕਦਾ। ਉਹਦੇ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ, ਬੀਬਾ ਜੇ ਮੈਂ ਸੀਐਮ ਬਣ ਗਿਆ, ਮੈਂ ਦਊਂਗੀ ਇਨਸਾਫ। ਬਣੇ ਨੂੰ 4.5 ਸਾਲ ਹੋ ਗਏ। ਸਤਿ ਸ਼੍ਰੀ ਅਕਾਲ ਜੀ, ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। ਪੁਲਿਸ ਨੂੰ ਲੈ ਕੇ ਆਮ ਤੌਰ ਤੇ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਜ਼ਰੂਰ ਰਹਿੰਦਾ ਹੈ। ਖੈਰ ਹੋਣਾ ਵੀ ਚਾਹੀਦਾ, ਕਿਉਂਕਿ ਜਿੰਨਾ ਚਿਰ ਡਰ ਦਾ ਮਾਹੌਲ ਨਾ ਹੋਵੇ, ਅਪਰਾਧੀ ਸ਼ਾਇਦ ਇਹ ਗੱਲ ਨਹੀਂ ਸਮਝਦੇ। ਪਰ ਜਦੋਂ ਗੱਲ ਆ ਜਾਂਦੀ ਹੈ ਆਮ ਇਨਸਾਨ ਤੇ ਕਿ ਜਿਹਨੇ ਕੁਝ ਕੀਤਾ ਹੀ ਨਹੀਂ, ਜਦੋਂ ਉਹਦਾ ਪੁਲਿਸ ਦੇ ਨਾਲ ਟੱਕਰਾ ਹੁੰਦਾ ਹੈ ਤਾਂ ਆਮ ਤੌਰ ਤੇ ਲੋਕ ਅਸੀਂ ਦੇਖਿਆ ਕਿ ਬਹੁਤ ਸਾਰੇ ਪਿੱਛੇ ਹਟ ਜਾਂਦੇ ਨੇ, ਜਾਂ ਫਿਰ ਇਹ ਹੁੰਦਾ ਕਿ ਜੋ ਮਾਮਲਾ ਹੋਵੇ ਉਹ ਜਦੋਂ ਸੁਲਟ ਗਿਆ ਤੇ ਆਪਦੀ ਜ਼ਿੰਦਗੀ ਦੇ ਵਿੱਚ ਵਾਪਸ ਹੋ ਜਾਂਦੇ ਨੇ। ਪਰ ਇੱਕ ਅਜਿਹੇ ਮਾਮਲੇ ਦੀ ਗੱਲ ਕਰਾਂਗੇ ਕਿ ਜਿਸ ਦੇ ਨਾਲ ਪੁਲਿਸ ਦਾ ਸਿੱਧਾ ਪੇਚਾ ਵੀ ਪਿਆ। ਪਰ ਅੱਜ ਦੇਖਿਆ ਜਾਵੇ, ਜਦੋਂ ਉਹ ਜਿੱਤ ਜਾਂਦੇ ਨੇ ਤਾਂ ਉਸ ਤੋਂ ਬਾਅਦ 9 ਕੇਸ ਨੇ ਜਿਹੜੇ ਡੈਫਾਮੇਸ਼ਨ ਦੇ ਹੁਣ ਪੁਲਿਸ ਦੇ ਖਿਲਾਫ ਨੇ। ਆਮ ਤੌਰ ਤੇ ਬਹੁਤ ਘੱਟ ਸੁਣਨ ਨੂੰ ਮਿਲਦਾ ਜਦੋਂ ਕੋਈ ਪੁਲਿਸ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਉਹ ਵੀ ਇੱਕ ਮੋਟਾ ਜੁਰਮਾਨਾ ਦੇ ਤੌਰ ਤੇ ਇੱਕ ਕਿਤੇ ਨਾ ਕਿਤੇ ਕੋਰਟ ਅੱਗੇ ਫਰਮਾਇਸ਼ ਰੱਖੇ ਕਿ ਮੇਰਾ ਭੁਗਤਾਨ ਕੀਤਾ ਜਾਵੇ। 8 ਕਰੋੜ ਦੇ ਕਰੀਬ ਜਿਹੜੀ ਰਕਮ ਹੈ ਜਿਹਦੀ ਡੈਫਾਮੇਸ਼ਨ ਪਾਈ ਗਈ ਹੈ। ਜੋਗਿੰਦਰ ਕੌਰ ਸੰਧੂ ਸਾਡੇ ਨਾਲ ਨੇ, ਐਨਆਰਆਈ ਨੇ, ਫਰਾਂਸ ਤੋਂ ਆਉਂਦੇ ਰਹਿੰਦੇ ਨੇ। ਆਮ ਤੌਰ ਤੇ ਐਨਆਰਆਈ ਘੁੰਮਣ ਫਿਰਨ ਆਉਂਦੇ ਨੇ, ਪਰ ਜੋਗਿੰਦਰ ਕੌਰ ਸੰਧੂ ਦੱਸਦੇ ਹੁੰਦੇ ਨੇ ਕਿ ਮੇਰਾ ਜ਼ਿਆਦਾ ਸਿਲਸਿਲਾ ਕੋਰਟ ਕਚਹਿਰੀਆਂ ਦੇ ਚੱਕਰਾਂ 'ਚ ਹੀ ਰਹਿੰਦਾ। ਮੈਡਮ ਦੇਖਿਆ ਜਾਵੇ ਆਮ ਤੌਰ ਤੇ ਤਾਂ ਐਨਆਰਆਈ ਨੇ ਜਿਹੜੇ ਕਹਿੰਦੇ ਹੁੰਦੇ ਨੇ ਪੰਜਾਬ ਘੁੰਮਣ ਫਿਰਨ ਆਉਂਦੇ ਨੇ, ਪੈਸੇ ਖਰਚ ਕਰਨ ਆਉਂਦੇ ਨੇ, ਪਰ ਤੁਹਾਡਾ ਲੱਗਦਾ ਵੀ ਬਾਹਰ ਜ਼ਿਆਦਾ ਕੋਰਟਾਂ 'ਚ ਨਿਕਲਿਆ? ਨਹੀਂ ਸਰ, ਸਾਡੀ ਜ਼ਿੰਦਗੀ ਬਹੁਤ ਹੀ ਖੁਸ਼ਗਵਾਰ ਸੀ, ਬਹੁਤ ਜ਼ਿਆਦਾ ਅਸੀਂ ਖੁਸ਼ ਹੁੰਦੇ ਸੀ। ਵੈਲ ਬਿਹੇਵਡ ਬੱਚੇ ਵਧੀਆ ਵਾ, ਮੇਰੇ ਹਸਬੈਂਡ ਵਧੀਆ, ਮੇਰਾ ਪਰਿਵਾਰ ਸਾਰਾ, ਅਸੀਂ ਬਹੁਤ ਖੁਸ਼ ਹੁੰਦੇ ਸੀ। ਮੈਂ ਇੰਡੀਆ ਆਉਂਦੀ ਹੁੰਦੀ ਸੀ ਸਮਾਨ ਲੈਣ, ਕਿਉਂਕਿ ਐਕਸਪੋਰਟ ਦਾ ਸ਼ੁਰੂ ਤੋਂ ਆਰਟੀਫਿਸ਼ੀਅਲ ਜਵੈਲਰੀ, ਰੈਡੀਮੇਡ ਕਲੋਥਸ ਹੁੰਦੇ ਸੀ ਤੇ ਮੈਂ ਲੈ ਕੇ ਜਾਂਦੀ ਹੁੰਦੀ ਸੀ, ਔਰ ਘਰ ਵੀ ਦੇਖ ਜਾਣਾ, ਪ੍ਰੋਪਰਟੀ ਵੀ ਦੇਖ ਜਾਣੀ। ਇੱਕ ਹੱਸਦਾ ਵਸਦਾ ਪਰਿਵਾਰ ਸੀ। ਉੱਪਰ ਕਿਰਾਏਦਾਰ ਹੁੰਦੇ ਸੀ, ਉਧਰ ਪਲਾਟਾਂ 'ਚ ਵੀ ਕਿਰਾਏਦਾਰ ਹੁੰਦੇ ਸੀ। ਦੂਜੀ ਕੋਠੀ ਇੱਕ ਬ੍ਰਾਂਡ ਨਿਊ ਬਣਾਈ ਕਿ ਬੇਟੇ ਦਾ ਹੁਣ ਵਿਆਹ ਕਰਨਾ। ਪਤਾ ਜਦ ਲੱਗਾ ਉੱਥੇ ਕੋਈ ਜਸਵਿੰਦਰ ਨਾਂ ਦਾ, ਜੱਸੀ ਨਾਂ ਦਾ ਬੰਦਾ ਆ, ਉਹ 60-70 ਬੰਦੇ ਲੁੱਟੀ ਫਿਰਦਾ ਸੀ। ਜਦੋਂ ਮੇਰੀ ਵਾਰੀ ਆਈ ਤੇ ਮੈਂ ਕਿਹਾ ਨਾ, ਇੰਪੋਸੀਬਲ ਆ ਕਿ ਕੋਈ ਬੰਦਾ ਸ਼ਰੇਆਮ ਗੁੰਡਾਗਰਦੀ ਕਰਕੇ ਸਾਡੇ ਹਾਸੇ ਵਾਸਤੇ ਘਰ ਲੁੱਟ ਲਵੇ। ਕੋਠੀ ਤੁਹਾਡੀ ਕਬਜ਼ਾਉਣਾ ਚਾਹੁੰਦੇ ਸੀ? ਕਰ ਲਈ ਸੀ ਜੀ, ਦੋਨੇ ਕਰ ਲਈਆਂ ਸੀ ਜੀ। ਜਿਸ ਵੇਲੇ ਮੈਂ ਸਟੈਂਡ ਲੈ ਲਿਆ, ਤਾਂ ਏਡੀਜੀਪੀ ਕ੍ਰਾਈਮ ਕਹਿੰਦਾ ਇਹਨੂੰ ਫੜ ਕੇ ਜੇਲ੍ਹ 'ਚ ਬੰਦ ਕਰ ਦਿਓ, ਬਟ ਗੁੰਡੇ ਨਹੀਂ ਕੱਢਣੇ ਉੱਥੋਂ। ਮੈਂ ਕਰਤਾ, ਫਿਰ ਬਾਹਰ ਆਏ,
ਫਿਰ ਸਾਡੇ ਆਈਜੀਸੀ ਹਰਦੀਪ ਸਿੰਘ ਢਿੱਲੋਂ ਅਸੀਂ ਉਹਨਾਂ ਨੂੰ 27 ਬੰਦੇ ਪੇਸ਼ ਹੋਏ। ਉਹਨਾਂ ਨੇ ਇੱਕ ਸੈੱਟ ਬਣਾਈ, ਇੱਕ ਡੀਆਈਜੀ, ਇੱਕ ਐਸਐਸਪੀ, ਇੱਕ ਐਸਪੀ ਔਰ ਡੀਐਸਪੀ। ਉਹਨਾਂ ਥੋਰੋ ਇਨਕੁਆਇਰੀ ਕਰਕੇ ਇਸ ਗਿਰੋਹ ਦੇ ਉੱਤੇ ਇੱਕ 13 ਬੰਦਿਆਂ ਵੱਲੋਂ ਪਰਚਾ ਦਰਜ ਕੀਤਾ, ਇੱਕ ਮੇਰੇ ਵੱਲੋਂ ਪਰਚਾ ਦਰਜ ਕੀਤਾ, ਇੱਕ ਉਹ ਜਿਹੜਾ ਐਸਐਚਓ ਸੀ। ਦੇਖੋ ਜੀ, ਜਦੋਂ ਐਸਐਚਓ ਆਉਂਦਾ ਸਾਨੂੰ ਸਾਹ ਆ ਜਾਂਦਾ ਵੀ ਐਸਐਚਓ ਆ ਗਿਆ। ਉਸ ਐਸਐਚਓ ਨੇ ਸਰ ਮੇਰੇ ਗਹਿਣੇ ਵੀ ਲਾ ਲਏ, ਮੇਰਾ ਕੈਸ਼ ਵੀ ਖੋਹ ਲਿਆ, ਮੇਰੇ ਹੱਥੋਂ ਮੇਰੇ ਮੋਬਾਈਲ ਵੀ ਖੋਹ ਲਏ। ਜਦੋਂ ਦੀ ਇਨਕੁਆਇਰੀ ਹੋਈ ਤਾਂ ਉਹ ਫਿਰ ਫੜ ਹੋ ਗਿਆ। ਫਿਰ ਉਹਨੂੰ ਕਹਿਣ ਵੀ ਤੁਸੀਂ ਜੋਗਿੰਦਰ ਕੌਰ ਸੰਧੂ ਨੂੰ ਪੈਸਾ ਦੇ ਦਿਓ ਜਿੰਨਾ ਮੰਗਦੀ ਆ, ਵੀ ਪਰਚਾ ਨਾ ਦਰਜ ਕਰੋ। ਮੈਂ ਕਿਹਾ ਜੀ ਸੌਰੀ। ਉਹ ਕ੍ਰਾਈਮ ਮੰਨ ਗਿਆ ਵੀ ਮੈਂ ਕੀਤਾ, ਪਰਚਾ ਦਰਜ ਹੋਊਗਾ। ਪਰਚਾ ਦਰਜ ਕਰਾਇਆ ਤੁਸੀਂ? ਹੋ ਗਿਆ ਹਾਂਜੀ, 52 ਐਸਐਚਓ ਦੇ ਖਿਲਾਫ? ਹਾਂਜੀ, ਉਹਦੇ ਥਾਣੇ 'ਚ ਉਹਦੇ ਤੇ ਮੈਂ ਨਹੀਂ ਕਰਾਇਆ ਜੀ, ਆਫੀਸਰਸ ਨੇ ਸੱਚਾਈ ਕੱਢੀ। ਕਿਉਂਕਿ ਮੇਰੀ ਬਲੰਗੜ ਬੇਲ ਹਾਈ ਕੋਰਟ ਤੋਂ ਹੋਈ ਸੀ। 7 ਦਿਨ ਦਾ ਨੋਟਿਸ ਦੇਣਾ ਵਿਦਆਊਟ ਲੇਡੀ ਪੁਲਿਸ, ਡੇ ਟਾਈਮ ਦੇ ਉੱਤੇ ਇਹਨੂੰ ਬੁਲਾਉਣਾ। ਇਸ ਥਾਣੇਦਾਰ ਨੇ ਗਹਿਣੇ ਲਾਉਣ ਦੇ ਚੱਕਰ 'ਚ 6-7 ਵਜੇ ਮੈਨੂੰ ਬੁਲਾ ਕੇ ਮੇਰੇ ਗਹਿਣੇ ਗੁਣੇ ਲਾ। ਕੋਈ ਇਹਨਾਂ ਲੇਡੀ ਪੁਲਿਸ, ਇਹਦੀ ਥੋਰੋ ਇਨਕੁਆਇਰੀ ਹੋ ਚੁੱਕੀ ਆ ਕਿ ਇਹਦੇ ਨਾਲ ਕੋਈ ਲੇਡੀ ਪੁਲਿਸ ਨਹੀਂ ਸੀ। ਇਹ ਤਾਂ ਫਿਰ ਮਾਮਲਾ ਨਿਬੜਦਾ ਹੋ ਗਿਆ ਜਾਂ ਫੇਰ ਚੱਲਿਆ? ਨਿਬੜਿਆ ਕਿੱਥੇ ਹੋਇਆ? ਮਾਨਯੋਗ ਹਾਈ ਕੋਰਟ ਦੀ ਤੋਹੀਨ ਕਰਨ ਵਾਲਾ ਥਾਣੇਦਾਰ ਇਹ ਉਹਨੂੰ ਡੀਐਸਪੀ ਬਣਾਈ ਫਿਰਦੇ ਆ। ਹਾਊ ਇਟ ਇਜ਼? ਕ੍ਰਾਈਮ ਕਰਨ ਵਾਲੇ ਨੂੰ ਸਸਪੈਂਡ ਕਰਦੇ ਆ, ਇਹਨੂੰ ਕੱਤ ਨਹੀਂ ਕੀਤਾ। ਇਹਦੀਆਂ 5 ਸਾਲ ਕਦੀ ਲੱਦਾ ਕੋਠੀ, ਕਦੀ ਚੰਡੀਗੜ੍ਹ, ਕਦੀ ਕਿਤੇ ਇਨਕੁਆਇਰੀਆਂ ਲੱਗਦੀਆਂ ਰਹੀਆਂ। ਫਿਰ ਇਹਨਾਂ ਨੇ ਕੈਂਸਲੇਸ਼ਨ ਰਿਪੋਰਟ ਭਰਤੀ। ਮੈਂ ਕੋਰਟ 'ਚ ਪੇਸ਼ ਹੋ ਗਈ। ਮੈਂ ਕਿਹਾ ਮੈਡਮ ਬਈ, ਜੱਜ ਸਾਹਿਬ ਨੂੰ ਕਿਹਾ, ਮੈਂ ਕਿਹਾ ਜੇ ਇਹਨੂੰ ਤੁਸੀਂ ਫ੍ਰੀ ਕਰਤਾ, ਮੈਨੂੰ ਤਾਂ ਇਨਸਾਫ ਨਾ ਮਿਲਿਆ। ਉਹਨਾਂ ਨੇ ਫਿਰ ਮਾਰ ਕਰ ਦਿੱਤਾ ਵੀ ਕਿਸੇ ਵਧੀਆ ਆਫਿਸਰ ਤੋਂ ਇਹਦੀ ਇਨਕੁਆਇਰੀ ਕਰਾਓ। ਸਨੇਹਦੀਪ ਸ਼ਰਮਾ ਸਾਡੇ ਐਸਪੀ ਸਾਹਿਬ ਆ, ਉਹਨਾਂ ਨੇ 6-7 ਪੇਜ ਦੀ ਇਨਕੁਆਇਰੀ ਕੀਤੀ ਆ ਵੀ ਇਹ ਥਾਣੇਦਾਰ ਦੋਸ਼ੀ ਆ। ਇਹ ਜੋਗਿੰਦਰ ਕੌਰ ਸੰਧੂ ਦੇ ਬੇਟੇ ਨੂੰ ਫਸਾ ਕੇ ਮੋਟੀ ਰਕਮ ਖਾਣ ਦੇ ਚੱਕਰ 'ਚ ਫਿਰਦਾ ਸੀ। ਇਹਦੇ ਖਿਲਾਫ ਇਹ ਜਿਹੜਾ ਹੈਗਾ ਟੂ ਕੋਟ ਕੀਤਾ ਜਾਵੇ। ਔਰ ਜਸਭਾਗ ਸਿੰਘ ਨੇ ਕਿਹਾ ਵੀ ਇਹ ਫਰੀ, ਉਹਦੇ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇ। ਕੌਣ ਕਰੂਗਾ ਜੀ? ਡੀਜੀਪੀ, ਏਡੀਜੀਪੀ ਕੌਣ ਕਰੂਗਾ? ਹਿਊਮਨ ਰਾਈਟ ਬਣਾਈ ਫਿਰਦੇ ਆ। ਇਹਨਾਂ ਨੂੰ ਹਿਊਮਨ ਰਾਈਟ ਦਾ ਮੀਨਿੰਗ ਹੀ ਨਹੀਂ ਹੁੰਦਾ ਕਿ ਵਾਟ ਇਜ਼ ਹਿਊਮਨ ਰਾਈਟ। ਤੁਹਾਡੀ ਕੋਠੀ ਨੂੰ ਲੈ ਕੇ ਕਦੋਂ ਵਿਵਾਦ ਸ਼ੁਰੂ ਹੋਇਆ ਤੇ ਕਹੀਏ ਕਿ ਕੋਠੀ ਇਹ ਜੀ ਕਿਤੇ ਨਾ ਕਿਤੇ ਲੱਗੀ ਕਿ ਤੁਹਾਡੇ ਦਿਲ ਦੇ ਬਿਲਕੁਲ ਕਰੀਬ ਸੀ ਤੇ ਲੋਕਾਂ ਨੇ ਕੋਠੀ ਤੇ ਹੀ ਅੱਖ ਰੱਖ ਲਈ ਕਿਤੇ ਨਾ? ਨੈਚੁਰਲ ਹੀ ਸਰ, ਜਿਹੜਾ ਬੰਦਾ ਇੱਕ ਇੱਕ ਇੱਟ ਆਪਣੇ ਹੱਥ ਨਾਲ ਲਾਉਂਦਾ ਰਹੀਏ, ਅਸੀਂ ਚਾਹੇ 7 ਸਮੁੰਦਰੋਂ ਪਾਰ, ਘਰ ਦਾ ਸਾਡਾ ਹੈ ਨਾ। ਅਸੀਂ ਸੱਦਣਾ ਲਾ ਰਹੇ ਸੀ ਕਿ ਬੇਟੇ ਦਾ ਵਿਆਹ ਕਰਨਾ, ਇਹਨਾਂ ਦੀਆਂ ਨਜ਼ਰਾਂ ਲੱਗੀਆਂ ਸੀ ਵੀ ਅਸੀਂ ਕਬਜ਼ੇ ਕਰਨੇ ਆ। ਚਲੋ ਜੋ ਵੀ ਜੀ ਕਬਜ਼ੇ ਕਰਦੇ ਰਹੇ, ਜੋ ਵੀ ਕਰਦੇ ਰਹੇ। ਅਸੀਂ ਕੋਈ ਐਸਾ ਨਹੀਂ ਛੱਡਿਆ ਡਿਪਾਰਟਮੈਂਟ ਜਿੱਥੇ ਅਸੀਂ ਨਹੀਂ ਗਏ ਕਿ ਸਾਨੂੰ ਕਿਤੋਂ ਜਸਟਿਸ ਮਿਲੂਗੀ। ਅਸਲੀ ਜਸਟਿਸ ਫਿਰ ਤੁਹਾਨੂੰ ਮਿਲਿਆ ਕਿੱਥੋਂ? ਕੋਰਟ ਦੇ ਵਿੱਚੋਂ? ਸਾਨੂੰ ਕੋਰਟ ਨੇ ਜਸਟਿਸ ਨਹੀਂ, ਸਾਨੂੰ ਹਰਦੀਪ ਸਿੰਘ ਢਿੱਲੋਂ ਆਈਜੀ ਸਾਹਿਬ ਨੇ ਜਸਟਿਸ। ਅਫਸਰ ਵੀ ਮਿਲੇ ਤੁਹਾਨੂੰ? ਹਾਂਜੀ। ਉਸ ਤੋਂ ਬਾਅਦ ਸਾਡੇ ਜਿਹੜੇ ਰਕੇਸ਼ ਅਗਰਵਾਲ ਸੀਗੇ, ਉਸ ਤੋਂ ਬਾਅਦ ਸਨੇਹਦੀਪ ਸ਼ਰਮਾ ਸੀਗੇ, ਉਸ ਤੋਂ ਬਾਅਦ ਜਿਹੜੇ ਸਾਡੇ ਪ੍ਰੈਜ਼ੈਂਟਲੀ ਐਸਐਸਪੀ ਸੀਗੇ ਅਮਨਦੀਪ ਸਿੰਘ ਰਾਏ ਸੀਗੇ। ਉਹ ਨਹੀਂ ਸੁਣਦੇ ਸੀ ਜੀ ਕਿਸੇ ਦੀ, ਉਹ ਸਿਰਫ ਔਰ ਸਿਰਫ ਸੱਚ ਦੇਖਦੇ ਸੀ। ਯਾਨੀ ਕਿ ਜਿੱਥੇ ਤੁਹਾਨੂੰ ਜਿੱਥੇ ਤੁਹਾਡਾ ਸ਼ਿਕਵਾ ਹੈ ਕਿ ਪੁਲਿਸ ਅਫਸਰਾਂ ਤੋਂ ਲੈ ਕੇ, ਉੱਥੇ ਕਿਤੇ ਨਾ ਕਿਤੇ ਤਾਰੀਫ ਵੀ ਤੁਸੀਂ ਉਹਨਾਂ ਦੀ ਕਰਦੇ ਹੋ ਜਿਹੜਿਆਂ ਨੇ ਆਪਦੀ ਡਿਊਟੀ ਸਮਝੀ, ਤੁਹਾਡੇ ਸੱਚ ਨੂੰ ਕਿਤੇ ਨਾ ਕਿਤੇ ਸਾਹਮਣੇ ਰੱਖਿਆ। ਬਿਲਕੁਲ ਜੀ। ਉਹਨਾਂ ਨੇ ਫਿਰ ਇਹ ਏਡੀਜੀਪੀ ਕ੍ਰਾਈਮ ਨੇ ਕੀ ਕਰਨਾ, ਉੱਥੋਂ ਚੱਕ ਲਿਆਉਣੀ ਇਨਕੁਆਇਰੀ, ਕੈਂਸਲ ਕਰ ਦੇਣੀ। ਇਹ ਚੀਜ਼ ਸਾਨੂੰ ਬਹੁਤ ਜ਼ਿਆਦਾ ਹਰਟ ਕੀਤਾ। ਜਦੋਂ ਫਿਰ ਮੈਂ ਲਿਖਤੀ ਰੂਪ ਦੇ ਵਿੱਚ ਆਈਜੀ ਐਨਆਰਆਈ ਔਰ ਏਡੀਜੀਪੀ ਕ੍ਰਾਈਮ ਕਿਹਾ, ਮੈਂ ਕਿਹਾ ਮੇਰਾ 10 ਕਰੋੜ ਰੁਪਈਆ ਦਿਓ, ਮੈਂ ਆਪਣੇ ਘਰ ਨੂੰ ਜਾਵਾਂ। ਤੁਸੀਂ ਹੁਣ ਇਹ ਡੈਫਾਮੇਸ਼ਨਾਂ ਕਿਹਦੇ ਤੇ ਪਾਈਆਂ ਨੇਗੀਆਂ? ਸਰ ਕਿੰਨੀਆਂ ਨੇ ਕੁੱਲ? ਪਹਿਲਾ ਕੇਸ ਪਾਇਆ ਅਸੀਂ ਐਨਆਰਆਈ ਕਮਿਸ਼ਨ ਤੇ, ਜਿਹਦੇ ਤੇ ਸਾਨੂੰ ਬਹੁਤ ਭਰੋਸਾ ਸੀ। ਇੰਨੀ ਬਾਹਿਆਤ ਇਨਕੁਆਇਰੀ ਝੂਠੀ ਕੀਤੀ ਕਿ ਉਹ ਖੁਦ ਵੀ ਸ਼ਰਮਿੰਦੇ ਹੋ ਗਏ। ਉਹ ਇਨਕੁਆਇਰੀ ਹੈ ਮੇਰੇ ਕੋਲ ਜੀ, ਜੱਜ ਸਾਹਿਬ ਨੇ ਆਪ ਮੇਰੇ ਬਿਆਨ ਲਿਖੇ ਆ। ਕਿੰਨੀਆਂ ਹੈ ਮੈਡਮ? ਕਿੰਨੀਆਂ ਨੇ? ਮੈਂ ਜਿਹੜੀ ਕਿਹਾ ਸਹੀ ਕਿ 8-9 ਨੇ? ਹਾਂਜੀ, ਮੇਰੇ ਕੋਲ ਉਹਦੀ ਉਹ ਪਈ ਆ। ਤੁਸੀਂ ਵੀ 8-9 ਪਾਈਆਂ ਡੈਫਾਮੇਸ਼ਨ? ਮੇਰੇ 8 ਆ ਕਿ 9ਵੀਂ ਪੈਣ ਵਾਲੀ ਆ। 9ਵੀਂ ਤਿਆਰੀ ਹੈ। ਹਾਂਜੀ। ਪਟਿਆਲੇ ਤੋਂ ਇਹਦੇ ਘਰ ਰੇਡ ਹੋ ਗਈ। ਉਹ ਆਫੀਸਰਸ ਤੇ ਨੇ ਆਪਣੇ ਸਾਲੇ ਵੱਲੋਂ ਕੁੱਟਮਾਰ ਦਾ ਕੇਸ ਪਾਤਾ। ਉਹ ਚ ਕਹਿੰਦਾ ਮੈਨੂੰ ਸ਼ੱਕ ਆ ਕਿ ਜਿਹੜਾ ਮਿਸਟਰ ਥਿੰਦ ਹੈ ਵੀ ਉਹ ਮੇਰਾ ਸਾਲਾ ਚੁੱਕ ਕੇ ਲੈ ਗਿਆ, ਪਰ ਜੋਗਿੰਦਰ ਕੌਰ ਸੰਧੂ ਤੇ ਵੀ ਸਾਨੂੰ ਸ਼ੱਕ ਹੈ ਵੀ ਇਹਨਾਂ ਨੇ। ਸਰ ਰੱਬ ਨਾ ਕਰੇ ਬੰਦਾ ਮਰ ਜਾਂਦਾ, ਮੈਂ ਤਾਂ ਸਾਰੀ ਉਮਰ ਜੇਲ੍ਹ 'ਚ ਰਹਿੰਦੀ ਨਾ, ਉਹ ਲੱਭਦਾ। ਜਾਂ ਇਹ ਕ੍ਰਿਮੀਨਲ ਤਾਂ ਹੈਗੇ ਹੀ ਆ, ਮਾਰ ਦਿੰਦੇ। ਸੋ ਇੰਨੇ ਹੀਨੀਅਸ ਕ੍ਰਾਈਮਸ ਕਰਨ ਵਾਲੇ ਲੋਕ ਡੀਜੀਪੀ ਕੱਛ 'ਚ ਦੇਈ ਫਿਰਦਾ ਕਿਉਂ? ਫਿਰ ਅਸੀਂ ਦੇਖੋ ਜੀ, ਉਦੋਂ ਸੀ ਬਾਦਲਾਂ ਨੇ ਡੀਜੀਪੀ ਔਲਖ ਸਾਹਿਬ ਸੀਗੇ, ਕਹਿੰਦੇ ਵੀ ਡੀਜੀਪੀ ਸਾਹਿਬ ਤੁਸੀਂ ਆਪ ਦੇਖੋ ਵੀ ਗੱਲ ਕੀ ਆ, ਵੀ ਇੰਨਾ ਰੌਲਾ ਪੈ ਰਿਹਾ।
ਔਲਖ ਸਾਹਿਬ ਮੈਂ ਸਰ 8ਵੀਂ ਕਿ 9ਵੀਂ ਵਾਰ ਆਈ ਡੀਜੀਪੀ ਸਾਹਿਬ ਕੋਲ, ਇਹਨਾਂ ਮੈਨੂੰ ਪੀਓ ਬਣਾਤਾ। ਇੱਕ ਬੰਦੇ ਤੇ 7-8 ਪਰਚੇ ਦਰਜ ਕਰਾਤੇ, ਇੱਕ ਬੰਦੇ ਦੀ ਸਾਰੀ ਪ੍ਰਾਪਰਟੀ ਖੋਲੀ, ਇੱਕ ਬੰਦਾ ਰੋਜ਼ ਸੀਐਮ ਡੀਜੀਪੀ ਦੇ ਉਹ ਪੀਓ ਬਣ ਗਿਆ। ਕੋਈ ਗੱਲ ਨਹੀਂ, ਮੈਂ ਡੀਜੀਪੀ ਨੂੰ ਕਿਹਾ, ਮੈਂ ਕਿਹਾ ਡੀਜੀਪੀ ਗੱਲ ਸੁਣ, ਹੁਣ ਥੱਕ ਗਏ, ਹੁਣ ਤੂੰ ਕਰ ਅਰੈਸਟ ਤੇ ਮੈਂ ਤੈਨੂੰ ਪੀਓ ਦਾ ਮਤਲਬ ਸਮਝਾਵਾਂ। ਪ੍ਰੋਕਲੇਮਡ offender ਹੁੰਦੇ, ਮੈਂ ਨਹੀਂ 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 ਚੱਕ ਕੇ ਜੀ ਕਰਤਾ ਫੋਨ ਐਸਐਸਪੀ ਆ ਕੀ ਕਰਦੇ ਹੋ ਜੀ, ਕੀ ਕਰਦੇ ਹੋ, ਉਹ ਕੀ ਕਰਦੇ ਹੋ। ਨਹੀਂ ਜੀ ਨਹੀਂ, ਕੋਈ ਗੱਲ ਨਹੀਂ, ਗਲਤੀ ਲੱਗੀ ਹੋਣੀ ਸਰ ਕਿ ਇੰਨਾ ਹਾਈ ਪ੍ਰੋਫਾਈਲ ਮਾਮਲਾ ਔਰ ਇਹਨਾਂ ਨੂੰ ਗਲਤੀ ਲੱਗ ਗਈ। ਚਲੋ ਕੋਈ ਗੱਲ ਨਹੀਂ, ਡੀਜੀਪੀ ਸਾਹਿਬ ਨੇ ਵਾਇਰਲੈਸ ਕਰਤੀ ਵੀ ਜੇ ਇਹਨੂੰ ਕਿਸੇ ਨੇ ਕੁਝ ਕਿਹਾ, ਜੇ ਇਹਨੂੰ ਕੁਝ ਹੋ ਗਿਆ ਜਾਂ ਇਹਨੇ ਕੁਝ ਕਰ ਲਿਆ, ਮੈਂ ਤੁਹਾਨੂੰ ਨਹੀਂ ਛੱਡੂਗਾ। ਵਾਇਰਲੈਸ ਗਈ ਜੀ ਲੁਧਿਆਣਾ। ਹਾਂਜੀ, ਮੈਨੂੰ ਕਹਿੰਦੇ ਬੀਬਾ ਤੂੰ ਜਾ। ਮੈਂ ਕਿਹਾ ਦੇਖੋ ਸਰ, ਵਾਇਰਲੈਸ ਤਾਂ ਤੁਸੀਂ ਕਰਤੀ ਹੈ, ਥੈਂਕਸ, ਬਟ ਯਾਦ ਰੱਖਣਾ ਅਗਰ ਮੇਰੇ ਨਾਲ ਉੱਥੇ ਖੱਪ ਹੋਈ ਯੂ ਵਿਲ ਰਿਮੈਂਬਰ ਇਟ। ਕਹਿੰਦੇ ਨੋ, ਮੇਰਾ ਪ੍ਰੋਮਿਸ ਹੈ, ਤੈਨੂੰ ਕੁਛ ਨਹੀਂ ਹੁੰਦਾ। ਸਰ ਦੂਜੇ ਦਿਨ ਬਾਬੇ ਵਾਲੀ ਤਰੀਕ ਸੀ, ਮੈਂ ਕੋਰਟ 'ਚ ਗਈ, ਇਹ 35 ਬੰਦੇ ਔਰ ਉਹ SHO ਖੰਨੇ ਤੋਂ ਗਿਆ ਆ ਮੈਨੂੰ ਅਰੈਸਟ ਕਰਵਾਉਣ। ਮੈਂ ਚੁੱਪ ਕਰਕੇ ਖੜੀ ਰਹੀ, ਇਹ ਭੱਜੇ ਫਿਰਦੇ ਰਹੇ ਪਾਗਲਾਂ ਵਾਂਗੂ। ਨਹੀਂ ਗੱਲ ਬਣੀ, ਆ ਕੇ DC ਦਫ਼ਤਰ ਦੇ ਮੋਹਰੇ ਮੇਰੀ ਗੱਡੀ ਘੇਰ ਲਈ, ਜਾਣ ਨਹੀਂ ਦੇਣਾ ਜੀ। DIG ਆਪ ਆਇਆ, SHO 5 ਨੰਬਰ ਨੂੰ ਕਹਿੰਦਾ ਚੱਲ ਘਰ ਛੱਡ ਕੇ ਆ ਬੀਪੀ ਤੂੰ। ਸਵੇਰ ਨੂੰ ਅਖਬਾਰਾਂ 'ਚ ਆ ਗਿਆ, महिला को घेर कर पुलिस बुलाई, पुलिस ने महिला को सुरक्षित घर पहुंचाया। हाँ जी, फिर इन्होंने वो बंदे क्यों नहीं फड़े सर ਜਿਹੜੇ DIG ਦੇ ਸਾਹਮਣੇ ਸਭ ਕੁਝ ਹੋਇਆ, ਨਹੀਂ ਫੜੇ, ਝੂਠੀ ਰਿਪੋਰਟ ਬਣਾਤੀ। ਇਹ ਫਿਰ ਸਾਰੇ ਇਹ ਜਿੰਨੇ ਸਵਾਲ ਤੁਸੀਂ ਹੁਣ ਜਿਵੇਂ ਖੜੇ ਕਰ ਰਹੇ ਹੋ ਜਾਂ ਜਿਵੇਂ ਤੁਹਾਡੇ ਕੇਸਾਂ 'ਚ ਫੈਸਲੇ ਹੁੰਦੇ ਗਏ, ਪੈਂਦੇ ਰਹੇ, ਫੈਸਲੇ ਹੁੰਦੇ ਰਹੇ, ਕੁਝ ਤੁਹਾਨੇ ਪਾਏ ਹੋਣੇ ਆ, ਉਹਨਾਂ 'ਚ ਨਿਪਟਾਰਾ ਹੋਇਆ ਹੋਣਾ। ਕੁੱਲ ਇਹ ਜਿਹੜੀ ਤੁਸੀਂ 8 ਜਾਂ ਜਿਵੇਂ ਕਿਹਾ 9ਵੀਂ ਤੁਸੀਂ ਡੈਫਾਮੇਸ਼ਨ ਪਹੁੰਚ ਚੱਲੇ ਹੋ, ਪਹਿਲਾਂ ਤਾਂ ਹੈ ਕੁੱਲ ਕਿੰਨੇ ਕਰੋੜ ਦੀਆਂ ਤੁਸੀਂ ਪਾ ਰਹੇ ਹੋ, ਇਹ ਅਲੱਗ-ਅਲੱਗ ਰੱਖੇ ਨਿਚੋੜ ਆ ਜੀ ਇਹ ਇਹਨਾਂ ਦੀ ਮੈਂ ਹੁਣ ਕਹਿ ਨਹੀਂ ਸਕਦੀ। ਉਹ ਵਰਲਡ ਜੋ ਇਹਨਾਂ ਨੇ ਇੰਨਾ ਗਲਤ ਹਰਕਤਾਂ ਕੀਤੀਆਂ, ਇਹਨਾਂ ਨੂੰ ਕੋਈ ਪੁਲਿਸ ਜਾਂ ਇਹਨਾਂ ਨੂੰ ਕੋਈ ਪ੍ਰਸ਼ਾਸਨ ਨਹੀਂ ਕਹਿ ਸਕਦਾ। ਕਿਹੜੇ ਡਿਪਾਰਟਮੈਂਟ ਨੂੰ ਪਾਈ ਹੈ ਜੀ? ਜਿਵੇਂ ਤੁਸੀਂ ਦੱਸਿਆ ਵੀ NRI ਕਮਿਸ਼ਨ ਨੂੰ ਪਾਈ ਹੈ, ਹੋਰ ਜਿੰਨੇ ਹਰਕਤਾਂ ਕੀਤੀਆਂ, DGP ਤੇ ਪਾਈ ਆ, ਫਿਰ ADGP ਕ੍ਰਾਈਮ ਤੇ ਪਾਈ ਆ, ਫਿਰ ਉਹ SHO ਤੇ ਜੋ ਲਟਰ ਪਟਰ ਜੋ ਲਿਖਦੇ ਸੀ ਗਲਤ ਜੀ। ਅਸੀਂ ਹੁਣ ਇੱਕ ਸਭ ਤੋਂ ਵੱਡਾ ਐਕਸਟ੍ਰੀਮ ਇਹਨਾਂ ਨੇ ਕੀਤਾ ਕਿ ਇਹਨਾਂ ਦਾ ਬੰਦਾ ਮੰਡ ਏਰੀਏ ਦੇ ਵਿੱਚ ਕਿਡਨੈਪ ਹੋਇਆ ਆ। ਇਟਸ ਸੋ ਹੋਰੀਫਾਈਡ ਸਰ। ਅਸੀਂ ਨਾ, ਉਹ ਵਿਚਾਰਾ ਰਿਟਾਇਰ ਹੋ ਗਿਆ ਬਿਜਲੀ ਮੁਲਾਜ਼ਮ ਜਿਹੜਾ, ਦੱਸੋ ਉਹਦਾ ਕੀ ਕਸੂਰ ਸੀ? ਉਹ ਤਾਂ ਆਫੀਸਰ ਸੀ, ਉਹਨੇ ਇਹਦੇ ਘਰ ਆ ਕੇ ਬਿਜਲੀ ਚੋਰੀ ਕੀਤੀ, ਉਹ ਫੜ ਲਈ, ਇਹਨੂੰ ਜੁਰਮਾਨਾ ਲਾਤਾ, ਬਸ ਉਹ 10 ਸਾਲ ਵਿਚਾਰਾ ਤਰੀਕਾ ਭੁਗਤਦਾ ਰਿਹਾ। ਸੋ ਉਹਨੇ ਹੁਣ ਕੀ ਠਾਣਿਆ ਕਿ ਜਦ ਇੰਨਾ ਟਾਈਮ ਲੰਘ ਗਿਆ ਇਸ ਚੀਜ਼ ਨੂੰ ਲੈ ਕੇ, ਜਿਹੜੇ ਹੁਣ ਤੁਸੀਂ 8000 ਤੋਂ ਕਹਿੰਦੇ ਹੋ 9ਵੇਂ ਦੀ ਤਿਆਰੀ ਆ, ਉਹ ਚੀਜ਼ ਉਹ ਕਰਕੇ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਆਖਰਕਾਰ ਹੁਣ ਵੀ ਕੋਰਟ ਤੇ ਨਹੀਂ ਗਿਆ ਵੀ ਕੋਰਟ ਇਨਸਾਫ ਕੋਰਟ ਇਨਸਾਫ ਜ਼ਰੂਰ ਦਊਗਾ। ਔਰ ਸਭ ਤੋਂ ਪਹਿਲਾਂ ਤਾਂ ਜਿਹੜਾ CM ਹੈ, ਇਹਦੇ ਤੇ ਬਲਾਤਕਾਰ ਦਾ ਪਰਚਾ ਹੋਣ ਲੱਗਾ ਸੀਗਾ। ਜਦੋਂ ਮੈਨੂੰ ਅਗਲੇ 2 ਕਰੋੜ ਰੁਪਈਆ ਦਿੰਦੇ ਸੀ ਵੀ ਤੂੰ ਸਬੂਤ ਨਾ ਦੇ, ਮੈਂ ਸਬੱਬੀ ਉੱਥੇ ਹੀ ਸੀ, ਸਾਰੀ ਰਿਕਾਰਡਿੰਗ ਮੇਰੇ ਕੋਲ ਸੀ। ਇਹਦੇ ਹੀ ਕਰਤਾ ਧਰਤਾ ਸੀਗੇ ਜਿਹੜੇ ਇਹਦੇ ਤੇ ਬਲਾਤਕਾਰ ਦਾ ਕੇਸ ਪਾਉਂਦੇ ਸੀ। ਮੈਂ ਕਿਹਾ ਨੋ, ਮੈਂ ਸੱਚ ਲਈ ਲੜਦੀ ਆ, ਇਹ ਝੂਠਾ ਕੇਸ ਨਹੀਂ ਪੈਣ ਦੇਣਾ। ਨਹੀਂ ਪੈਣ ਦਿੱਤਾ, ਉਹਦੇ ਹੀ ਪ੍ਰਧਾਨ ਬਣਿਆ। ਉਹਦੇ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ, ਬੀਬਾ ਜੇ ਮੈਂ CM ਬਣ ਗਿਆ, ਮੈਂ ਦਊਂ ਇਨਸਾਫ। ਬਣੇ ਨੂੰ 4.5 ਸਾਲ ਹੋ ਗਏ, ਕਾਹਦਾ ਇਨਸਾਫ ਦੇਣਾ ਇਹਨਾਂ ਨੇ? ਦੇਖੋ ਜੀ, SC ST ਹਿਊਮਨ ਰਾਈਟ, ADGP ਕ੍ਰਾਈਮ ਐਸੀ। ਮੈਂ ਜਾ ਕੇ ਪ੍ਰਬੋਧ ਕੁਮਾਰ ਜੀ ਨੂੰ ਪੁੱਛਿਆ, ਉਹ ਸਾਡੇ ADGP ਆ, ਮੈਂ ਕਿਹਾ ਸਰ ਜੱਸੀ ਤਾਂ ਕਹਿੰਦਾ ਮੈਂ ਜੱਟ ਆ, ਇਹ SC ST ਕਿੱਥੋਂ ਆ ਗਿਆ? ਮੈਨੂੰ ਕਹਿੰਦੇ ਐਂ ਕਰ ਤੂੰ ਨਾ SC ST ਜਾ। ਮੈਂ ਚਲ ਗਈ, ਰਾਜਕੁਮਾਰ ਸ਼ਨੈਨਾ ਸੀ। ਮੈਂ ਕਿਹਾ ਸਰ ਆ ਕੀ ਕਰਦੇ ਹੋ? ऐसा करो मेरे को लिख के दे दो, मैं वापस मंगा लेता हूँ। मैं लिख दिता। उन्होंने गल मैंने बड़ी वधिया लगी। कहते मान लो मैंने इंक्वायरी लगा दी, ये ADGP प्रोग्राम उसी के हक में क्यों करते हैं? मैं कहा तेरी भी गल सही है भरावा। मैं मुड़ के फिर ADGP क्राइम दे सर ਲੱਤਾਂ ਟੁੱਟ ਗਈਆਂ ਸਾਡੀਆਂ ਇਹਨਾਂ ਦੇ ਪਿੱਛੇ ਪਿੱਛੇ ਪਿੱਛੇ। ਨਹੀਂ ਸਰ ਸਾਲ ਫਿਰ ਜੋਗਿੰਦਰ ਕੌਰ ਜੀ ਦੇਖਿਆ ਜਾਵੇ, ਚਲੋ ਜੇ ਇਹ ਤੋਂ ਪਰੇ ਹਟ ਕੇ ਚਲੀਏ, ਇੰਨੇ ਸਾਲ ਤੁਸੀਂ ਲਗਾਤਾਰ ਪੂਰੀ ਕਾਨੂੰਨੀ ਪ੍ਰਕਿਰਿਆ 'ਚ ਉਲਝੇ ਤੇ ਤੁਸੀਂ ਆਪਦੇ ਪਿੱਛੇ ਲੜਾਈ ਲੜਦੇ ਰਹੇ, ਕੀ ਮਨ ਦੇ ਵਿੱਚ ਕਦੇ ਨਹੀਂ ਆਇਆ? ਆਮ ਤੌਰ ਤੇ NRI ਹੁੰਦਾ ਵੀ ਛੱਡ, ਚਲੋ ਛੱਡੋ ਪਰੇ, ਜੋ ਕੁਝ ਵੀ ਹੈਗਾ ਉਰੇ ਛੱਡ ਕੇ ਮੈਂ ਆਪਦੇ ਘਰੇ ਸੁਖੀ ਬਸ ਆਰਾਮ ਨਾਲ ਰਹਾਂ ਬਿਨਾਂ ਟੈਨਸ਼ਨ।
ਸਰ ਮੇਰੀ ਫੈਮਿਲੀ ਇੰਨੀ ਕੋਆਪਰੇਟਿਵ ਆ, ਮੇਰਾ ਪਲ ਪਲ ਧਿਆਨ ਰੱਖਦੇ ਸੀ। ਜਦ ਮੈਂ ਇੰਡੀਆ ਹੁੰਦੀ ਸੀ, ਜਿੱਥੇ ਮੈਨੂੰ ਪੈਸੇ ਦੀ ਲੋੜ ਹੁੰਦੀ ਸੀ, ਮੈਨੂੰ ਪੈਸਾ ਹੁੰਦਾ ਸੀ। ਜੇ ਮੈਂ ਬਿਮਾਰ ਹੋ ਜਾਂਦੀ ਸੀ, ਮੇਰਾ ਕੋਈ ਫੈਮਿਲੀ ਮੈਂਬਰ ਸੀ, ਅਸੀਂ ਕੋਈ ਗੱਲ ਨਹੀਂ, ਅਗਰ ਤੁਹਾਡੀ ਬੈਕ ਸਪੋਰਟ, ਤੁਹਾਡਾ ਪਰਿਵਾਰ ਤੁਹਾਡੇ ਨਾਲ ਆ ਨਾ, ਤੁਹਾਡਾ ਹੌਸਲਾ ਨਹੀਂ ਡਿੱਗ ਸਕਦਾ। ਤੇ ਹੁਣ ਜਿਹੜੇ ਤੁਸੀਂ 8 ਕੇਸ ਪਾਏ ਨੇ, ਆਖਰ ਤੱਕ ਲੈ ਕੇ ਜਾਓਗੇ ਫਿਰ ਇਹਨਾਂ ਨੂੰ? ਬਿਲਕੁਲ, ਜੇ ਮੈਂ ਜਿੰਨੇ ਮੇਰੇ ਸਾਹ ਚੱਲਦੇ, ਮੈਂ ਇਹਨਾਂ ਨੂੰ ਛੱਡੂੰਗੀ, ਕਿਉਂਕਿ ਬਿਨਾਂ ਕਿਸੇ ਰੀਜ਼ਨ ਤੋਂ ਇਹ ਲੋਕਾਂ ਨੂੰ ਜੇਲ੍ਹਾਂ ਦਿਖਾਲਦੇ ਆ। ਜੇਲ੍ਹਾਂ 'ਚ ਉਹ ਰਜੇਸ਼ ਕੁਮਾਰ ਕਿਉਂ ਨਹੀਂ ਗਿਆ ਜੇਲ੍ਹ 'ਚ? ਉਹਨੇ ਤਾਂ ਕ੍ਰਾਈਮ ਕੀਤਾ ਸੀ। ਇਹ ਉਹਨੂੰ ਪ੍ਰੋਟੈਕਟ ਕਰਦੇ ਆ ਵੀ ਇਹਦੇ 'ਤੇ ਪਰਚਾ ਨਹੀਂ ਦਰਜ, ਵਾਈ ਨੋਟ? ਉਹ ਕਹਿੰਦਾ ਹਾਂ ਮੈਂ, ਉਹ ਹੁਣ ਵੀ ਸਰ ਮੈਨੂੰ ਕਹਿੰਦਾ, ਸਾਡੇ ਐਸਐਚਓ ਨੂੰ ਕਹਿੰਦਾ ਮੇਰੀ ਮੀਟਿੰਗ ਕਰਾ ਦੇ ਮੈਡਮ ਨੂੰ। ਮੈਂ ਕਿਹਾ ਸਰ ਇਹ ਦੁਸ਼ਟ ਬੰਦਾ, ਮੈਂ ਨਹੀਂ ਇਹਨੂੰ ਮਿਲਣਾ। ਕਹਿੰਦੇ ਮੇਰੇ ਕਹਿਣ ਤੇ। ਮੈਂ ਕਿਹਾ ਚਲ ਠੀਕ ਆ। ਕਹਿੰਦਾ ਮੈਂ 25 ਲੱਖ ਰੁਪਈਆ ਦੇਣਾ ਜਾਂ ਜਿੰਨਾ ਤੂੰ ਮੂੰਹ ਤੋਂ ਕੱਢੇ। ਉਹਦੀ ਸ਼ਾਇਦ ਆਤਮਾ ਹਾਲੇ ਵੀ ਜਾਗਦੀ ਆ ਕਿ ਮੈਂ ਇਹਨੂੰ ਲੁੱਟਿਆ। ਲੇਕਿਨ ਆ ਜਿਹੜੇ ਬੈਠੇ ਹੋ ਆ ਚੌਥੀ ਪੰਜਵੀਂ ਛੇਵੀਂ ਮੰਜ਼ਿਲ ਦੇ ਉੱਤੇ, ਸਭ ਤੋਂ ਵੱਧ ਮਤਲਬ ਜਿਹੜਾ ਡੀਜੀਪੀ ਆ ਉਹ ਸਰ ਥੱਲੇ ਡਿੱਗ ਜਾਂਦਾ। ਜਦ ਦੱਸੋ ਪੂਰਾ ਸਿਲਸਿਲਾ ਰਿਹਾ ਤੁਹਾਡੇ ਨਾਲ, ਜਿਹੜਾ ਪੂਰਾ ਜੇ ਕਹੀਏ ਇੱਕ ਤਰ੍ਹਾਂ ਦਾ ਐਕਸਪੀਰੀਅੰਸ ਹੈ। ਅਜੇ ਤਾਂ ਸਰ ਇਹ ਬਹੁਤ ਲੰਬੀ ਸਟੋਰੀ ਹੈ, ਬਹੁਤ ਲੰਬੀ ਸਟੋਰੀ। ਤੁਹਾਨੂੰ ਅਸੀਂ ਪਲ ਪਲ ਦੀਆਂ ਹੈਪਨਿੰਗਸ ਦੱਸੀਏ, ਤੁਹਾਡੀ ਰੂਹ ਕੰਬ ਜਾਊਗੀ। ਸਾਰੀ ਤੁਹਾਡੇ ਪੂਰੀ ਯਾਦ ਆ, ਕੋਈ ਚੀਜ਼ ਮਿਸ ਨਹੀਂ? ਜੋ ਮਰਜ਼ੀ ਸੁਣ ਲਓ ਤੁਸੀਂ, ਅੱਜ ਕੀ ਹੋਇਆ, ਕੱਲ ਕੀ ਹੋਇਆ, ਪਰਸੋਂ ਕੀ ਹੋਇਆ। ਸਰ ਅਸੀਂ ਜਦੋਂ ਫੋਰਨ ਸਰਵਿਸ ਕਰਦੇ ਸੀਗੇ ਤੇ ਸਾਡੀ ਮੈਡਮ ਸਰ ਨੂੰ ਇੱਕ ਗੱਲ ਸਮਝਾਉਂਦੀ ਹੁੰਦੀ ਸੀ, ਕਦੀ ਜ਼ਿੰਦਗੀ 'ਚ ਹੌਸਲਾ ਨਹੀਂ ਹਾਰਨਾ। ਦੁਸ਼ਟ ਕਿੰਨਾ ਤਕੜਾ ਹੋਵੇ, ਤੁਸੀਂ ਜਿੱਤੋਗੇ। ਸੋ ਮੈਂ ਜਿੱਤੂ, ਅੱਜ ਵੀ ਯਾਦ ਆ। ਬਿਲਕੁਲ ਜੋਗਿੰਦਰ ਕੌਰ ਸੰਧੂ ਦੀ ਇਹ ਕਹੀਏ ਕਿ ਜੇ ਪੂਰਾ ਕਿੱਸਾ ਤੁਸੀਂ ਖੋਲ ਕੇ ਸੁਣੋ ਤਾਂ ਇੱਕ ਇੱਕ ਪਲ ਇਹਨਾਂ ਦੇ ਯਾਦ ਹੈ, ਕਿਉਂਕਿ ਜਿਹੜੇ ਪਿੰਡੇ ਹੰਡਾਉਂਦਾ ਬੰਦਾ ਤਾਂ ਫਿਰ ਉਹ ਚੀਜ਼ ਭੁੱਲ ਨਹੀਂ ਸਕਦਾ। ਖੈਰ ਦੁੱਖ ਤਾਂ ਸੁੱਖ ਭੁੱਲ ਜਾਂਦਾ, ਕਈ ਵਾਰੀ ਦੁੱਖ ਨਹੀਂ ਭੁੱਲੇ ਜਾਂਦੇ। ਪਰ ਜਿਸ ਤਰ੍ਹਾਂ ਦੇ ਨਾਲ ਜੇ ਕਹੀਏ ਕਿ ਹੁਣ 8 ਤੇ ਕਹਿੰਦੇ 9ਵੇਂ ਦੀ ਤਿਆਰੀ ਆ, ਤਾਂ 8-9 ਕੇਸ ਨੇ ਜਿਹੜੇ ਆਖਰਕਾਰ 10 ਕਰੋੜ ਦੀ ਡੈਫਾਮੇਸ਼ਨ ਹੁਣ ਪੁਲਿਸ ਦੇ ਅਲੱਗ-ਅਲੱਗ ਡਿਪਾਰਟਮੈਂਟਸ ਤੇ ਜਿੱਥੇ ਇਹਨਾਂ ਦੀਆਂ ਇਨਕੁਆਇਰੀਆਂ ਗਈਆਂ ਤੇ ਜਿੱਥੋਂ ਫਿਰ ਆਖਰ ਕਰਕੇ ਕੋਰਟ 'ਚ ਜਾ ਕੇ ਇਹਨਾਂ ਨੇ ਜਿੱਤੇ, ਉਹਨਾਂ ਨੂੰ ਲੈ ਕੇ ਪਾਏ ਆ। ਕਿਉਂਕਿ ਇਹ ਕਹਿੰਦੇ ਕਿ ਜੇ ਗਲਤ ਹੋਇਆ ਤਾਂ ਉਹਦਾ ਦੇਣਾ ਤਾਂ ਦੇਣਾ ਪਊਗਾ, ਕਿਉਂਕਿ ਐਡੀ ਵੱਡੀ ਉਮਰ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਨਾਲ ਜੋਗਿੰਦਰ ਕੌਰ ਸੰਧੂ ਲੱਗੇ ਹੋਏ ਨੇ, ਉਹ ਵੀ ਜੇ ਕਹੀਏ ਕਿ ਅੱਜ ਦੇ ਸਮੇਂ ਦੇ ਵਿੱਚ ਤਾਂ ਇਹਨਾਂ ਦਾ ਬਗਾਨਾ ਮੁਲਕੀ ਹੋ ਗਿਆ, ਕਿਉਂਕਿ ਬਾਹਰ ਰਹਿ ਰਹੇ ਨੇ ਫਰਾਂਸ ਦੇ ਵਿੱਚ, ਉੱਥੋਂ ਅਪ ਡਾਊਨ ਕਰਦੇ ਨੇ। ਤਾਂ ਕਿਹਾ ਜਾ ਸਕਦਾ ਕਿ ਇਸ ਤਰ੍ਹਾਂ ਦੇ ਕਿਸੇ ਦੇਖ ਕੇ ਲੱਗਦਾ ਕਿ ਕਾਨੂੰਨੀ ਪ੍ਰਕਿਰਿਆ ਸਾਡੀ ਉੱਚੀ ਤਾਂ ਜ਼ਰੂਰ ਹੈ, ਕੋਰਟ ਦੇ ਵਿੱਚ ਜਾ ਕੇ ਇਨਸਾਫ ਮਿਲ ਗਿਆ, ਪਰ ਜੇ ਇੱਕ ਬੰਦਾ ਪੁਲਿਸ ਕੋਲ ਜਾਵੇ ਤਾਂ ਇਹ ਕਹਾਣੀਆਂ ਸੁਣਨ ਤੋਂ ਬਾਅਦ ਕਿਸ ਹੌਸਲੇ ਦੇ ਨਾਲ ਜਾ ਪਾਊਗਾ, ਇਹ ਸਵਾਲ ਬਣ ਗਿਆ। ਸੀਨੀਅਰ ਵੀਡੀਓ ਜਰਨਲਿਸਟ ਕੰਮ ਦੇ ਨਾਲ ਸਮਿਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ। ਕਿ ਕੋਈ ਬੰਦਾ ਸ਼ਰੇਆਮ ਗੁੰਡਾਗਰਦੀ ਕਰਕੇ ਸਾਡੇ